ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਂਝ ਟੀਵੀ ਦੇ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ 55 ਦਿਨਾਂ ਤੋਂ ਕਰੋਨਾ ਦਾ ਕਰਕੇ ਇਹ ਜੋ ਬਾਜ਼ਾਰ ਸੀਗਾ ਰੈਣਕ ਬਾਜ਼ਾਰ ਇਹ ਬੰਦ ਸੀਗਾ। ਇਹ ਜਲੰਧਰ ਦੇ ਵਿੱਚ ਉਹ ਮਾਰਕੀਟ ਹੈ ਜੋ ਸਭ ਤੋਂ ਜ਼ਿਆਦਾ ਇੱਥੇ ਹੀ ਲੇਡੀਜ਼ ਕੱਪੜੇ ਸ਼ੂਜ਼ ਦਾ ਕੰਮ ਹੁੰਦਾ ਹੈ। ਇਹ ਜੋ ਭਗਵਾਨ ਵਾਲਮੀਕੀ ਚੌਂਕ ਦੇ ਕੋਲ ਮੌਜੂਦ ਹੈ ਤੇ ਤੁਹਾਨੂੰ ਮਾਹੌਲ ਦਿਖਾਉਣਾ ਚਾਹੁੰਦੇ ਆ ਕਿ 55 ਦਿਨਾਂ ਦੇ ਬਾਅਦ ਬਾਜ਼ਾਰ ਜਦੋਂ ਖੁੱਲ੍ਹਿਆ, ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ, ਉਹਨਾਂ ਦੇ ਵੀ ਚਿਹਰੇ 'ਤੇ ਕਾਫੀ ਮੁਸਕਰਾਹਟ ਹੈ ਕਿ ਉਹਨਾਂ ਦਾ ਕਾਰੋਬਾਰ ਜੋ ਸ਼ੁਰੂ ਹੋ ਚੁੱਕਾ। ਤੇ ਇਸ ਟਾਈਮ ਸਾਡੇ ਨਾਲ ਇੱਥੇ ਦੇ ਕੌਂਸਲਰ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਸ਼ਰੀ ਜੀ, ਤੁਹਾਡੇ ਵੱਲੋਂ ਜੋ ਸਰਕਾਰ ਵੱਲੋਂ ਹਦਾਇਤਾਂ ਕੀ ਦਿੱਤੀਆਂ ਗਈਆਂ ਇਸ ਬਾਜ਼ਾਰ ਖੁੱਲ੍ਹਣ? ਜੈਸਾ ਇਹ ਦੇਖੋ ਪਿਛਲੇ 58 ਦਿਨਾਂ ਤੋਂ ਵਿਚਾਰੇ ਲੋਕ ਜੋ ਪਰੇਸ਼ਾਨ ਸੀਗੇ ਤੇ ਅੱਜ ਅਸੀਂ ਉਸ ਦਿਨ ਆਪਣੇ ਵਿਧਾਇਕ ਬੇਰੀ ਸਾਹਿਬ ਨੂੰ ਬੁਲਾਇਆ ਸੀ ਇੱਥੇ, ਉਹਨਾਂ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਅੱਜ ਸੀਪੀ ਸਾਹਿਬ ਨਾਲ ਗੱਲ ਕਰਕੇ ਤੇ ਡੀਸੀ ਸਾਹਿਬ ਨੇ ਸਾਨੂੰ ਸਵੇਰੇ 10 ਵਜੇ ਤੱਕ ਦਾ ਦਿੱਤਾ, 7 ਤੋਂ 10 ਦਾ ਟਾਈਮ, 10 ਸਾਢੇ 10 ਵਜੇ ਤੱਕ ਦਾ ਮਤਲਬ। ਤੇ ਫਿਰ ਹੌਲੀ ਹੌਲੀ ਕਹਿੰਦੇ ਸੀ ਮੈਂ ਚੇਂਜ ਕਰਾ ਦਾਂਗਾ। ਉਸ ਮੁਤਾਬਕ ਅਸੀਂ ਅੱਜ ਆਪਣੇ ਬਾਜ਼ਾਰ ਵਾਲੇ ਬੁਲਾਏ। ਮੈਂ ਕਿਹਾ ਸਫਾਈਆਂ ਕਰੋ ਕਿਉਂਕਿ ਪਿਛਲੇ 58 ਦਿਨਾਂ ਤੋਂ ਦੁਕਾਨਾਂ ਬੰਦ ਸੀਗਾ। ਕਾਫੀ ਚੂਹੇ ਵਗੈਰਾ ਵੀ ਤੁਹਾਨੂੰ ਪਤਾ ਰੈਡੀਮੇਡ ਬਜਾਜੀ ਨੂੰ ਚੂਹਾ ਬਹੁਤ ਪੈਂਦਾ, ਕਾਫੀ ਨੁਕਸਾਨ ਵੀ ਹੋ ਜਾਣਾ ਇਹਨਾਂ ਦਾ। ਤੇ ਅੱਜ ਹੁਣ ਇਹ ਸਫਾਈਆਂ ਕਰਾਉਣ ਆਏ ਆ। ਫਿਰ ਕੱਲ੍ਹ ਤੋਂ ਜਿੱਦਾਂ ਅਗਲਾ ਦੇਸ਼ ਆਏਗਾ ਸਾਡੇ MLA ਸਾਹਿਬ ਦਾ, ਉਸ ਹਿਸਾਬ ਨਾਲ ਅਸੀਂ ਚੱਲਾਂਗੇ। ਔਰ ਜਿੱਦਾਂ ਵੀ ਸਾਡੇ ਕੀ ਪ੍ਰੀਕਾਸ਼ਨ ਵਰਤਣ ਲਈ ਕਿਹਾ ਗਿਆ? ਅਸੀਂ ਦੇਖੋ ਜੀ ਇਹਨਾਂ ਨੂੰ ਕਿਹਾ ਬਾਕੀ ਆਪਣਾ ਸਾਰਾ ਸੈਨੀਟਾਈਜ਼ਰ ਵਗੈਰਾ ਰੱਖਾਂਗੇ। ਜਿਹੜਾ ਮਾਸਕ ਨਹੀਂ ਪਾ ਗਿਆ ਉਹਨੂੰ ਬਾਜ਼ਾਰ 'ਚ ਐਂਟਰੀ ਨਹੀਂ ਹੋਣ ਦੇਣੀ ਤੇ ਉਹਨੂੰ ਆਪਣੀ ਦੁਕਾਨ ਦੇ ਅੰਦਰ ਕਸਟਮਰ ਨੂੰ ਅਟੈਂਡ ਵੀ ਨਹੀਂ ਕਰਨਾ ਜਿਹਦੇ ਕੋਲ ਮਾਸਕ ਵਗੈਰਾ ਨਹੀਂ ਹੋਏਗਾ। ਸੈਨੀਟਾਈਜ਼ਰ ਦੀ ਕੋਸ਼ਿਸ਼ ਹੈ। ਪ੍ਰਧਾਨ ਸਾਹਿਬ ਨਾਲ ਮੇਰੀ ਗੱਲਬਾਤ ਚੱਲਦੀ, ਅਸੀਂ ਮਸ਼ੀਨ ਹੀ ਲਵਾਉਣ ਲੱਗੇ ਸੈਨੀਟਾਈਜ਼ਰ ਵੀ, ਜਿੰਨੇ ਬਾਜ਼ਾਰ 'ਚ ਆਉਣਾ ਸੈਨੀਟਾਈਜ਼ਰ ਹੋ ਕੇ ਆਏਗਾ। ਇੱਕ ਦੋ ਦਿਨ 'ਚ ਜਿਵੇਂ DC ਸਾਹਿਬ ਵੱਲੋਂ ਇੱਕ ਆਰਡਰ ਕੀਤਾ ਗਿਆ ਓਡ ਐਂਡ ਈਵਨ ਜੇ, ਕਿਉਂਕਿ ਇਹ ਸਭ ਤੋਂ ਵੱਡੀ ਮਾਰਕੀਟ ਹੈ, ਇੱਥੇ ਹੀ ਸਭ ਤੋਂ ਜ਼ਿਆਦਾ ਬਜਾਜੀ ਦਾ ਕੰਮ ਵੀ ਹੈ, ਸ਼ੂਜ਼ ਦਾ ਕੰਮ ਵੀ ਹੈ, ਸਭ ਤੋਂ ਜ਼ਿਆਦਾ ਲੋਕ ਇੱਥੇ ਆਉਂਦੇ ਨੇ ਕਿ ਜੋ DC ਸਾਹਿਬ ਵੱਲੋਂ ਕਿਹਾ ਗਿਆ ਓਡ ਐਂਡ ਈਵਨ ਦਾ ਕਰਕੇ ਇੱਕ ਦੁਕਾਨ ਖੁੱਲ੍ਹੀ ਹੈਗੀ, 1-2 ਦਾ ਗੈਪ ਪਾ ਕੇ ਖੁੱਲ੍ਹੀ ਹੈਗੀ, ਉਹ ਇੱਥੇ ਲਾਗੂ ਹੋਏਗਾ। ਦੇਖੋ ਇੱਥੇ ਓਡ ਈਵਨ ਵਾਲਾ ਕੰਮ ਇਸ ਬਾਜ਼ਾਰਾਂ ਵਿੱਚ ਬਹੁਤ ਔਖਾ ਵਾ ਕਿਉਂਕਿ ਇੱਕ ਕੰਪੀਟੀਸ਼ਨ ਵਾਲਾ ਬਾਜ਼ਾਰ ਆ। ਔਰ ਇਹੀ ਆਪਾਂ ਟਾਈਮ ਘੱਟ ਕਰ ਸਕਦੇ ਹਾਂ, ਜਿੱਦਾਂ ਸਵੇਰੇ 7 ਤੋਂ 10 ਕਰ ਦਿਓ ਜਾਂ ਕੱਲ੍ਹ ਤੋਂ 9 ਤੋਂ 12 ਕਰ ਲਓ, 1 ਵਜੇ ਕਰ ਲਓ, ਤੇ ਤਾਂ ਹੀ ਗੱਲ ਬਣਨੀ। ਜੇ ਓਡ ਈਵਨ ਵਾਲਾ ਨਾ ਇੱਥੇ ਲੜਾਈ ਝਗੜੇ ਵਾਲਾ ਮਾਹੌਲ ਰਹਿਣਾ ਬਾਜ਼ਾਰ ਦਾ, ਕਿਉਂਕਿ ਇਹਨਾਂ ਦਾ ਮਾਹੌਲ ਇੱਦਾਂ ਦਾ ਹੀ ਹੈ ਜੀ। ਇੱਦੀ ਗੱਲ ਇਹ ਗਾਹਕ ਨਹੀਂ ਬਰਦਾਸ਼ਤ ਕਰ ਸਕਦੇ ਇੱਕ ਦੂਜੇ ਦਾ, ਜੋ ਸੱਚਾਈ ਗੱਲ ਇਹ ਹੈ। ਇਸ ਲਈ DC ਸਾਹਿਬ ਨੂੰ ਮੈਂ ਇਹੀ ਮੰਗਾ ਕਿ ਇਹਨਾਂ ਨੂੰ ਸਾਰਿਆਂ ਨੂੰ ਖੋਲ੍ਹਣ ਦਿੱਤਾ ਜਾਵੇ, ਪਰ ਟਾਈਮ ਦੀ ਪਾਬੰਦੀ ਹੋਵੇ, ਇੰਨੇ ਟਾਈਮ 'ਚ ਖੋਲ੍ਹਿਆ ਜਾਵੇ, ਪ੍ਰੀਕਾਸ਼ਨ ਕੀਤਾ ਜਾਵੇ, ਆਪਣਾ ਵਧੀਆ ਪ੍ਰੀਕਾਸ਼ਨ ਹੋਰ ਵਧੀਆ ਕਰ ਲੈਣ। ਜੋ ਹੋ ਸਕਦਾ ਹੈ ਕਸਟਮਰ ਕੋਲ ਪੈਸੇ ਲੈਣ ਲਈ ਵੀ ਕੋਈ ਕਰ ਲੈਣ, ਆਪਣਾ ਸਿਸਟਮ ਇੱਦਾਂ ਦਾ ਬਣਾ ਲੈਣ। ਜਿਵੇਂ ਫਗਵਾੜਾ ਗੇਟ ਦਾ ਵੀ ਕਿਹਾ ਗਿਆ ਸੀਗਾ, ਉੱਥੇ ਵੀ ਸਾਰੀ ਮਾਰਕੀਟ ਖੁੱਲ੍ਹ ਗਈ ਸੀ, ਰਸ਼ ਪੈ ਗਿਆ ਸੀਗਾ, ਬਾਅਦ 'ਚੋਂ ਪੁਲਿਸ ਵਾਲਿਆਂ ਵੱਲੋਂ ਜਾ ਕੇ ਬੰਦ ਕਰਵਾ ਦਿੱਤਾ। DC ਸਾਹਿਬ ਵੱਲੋਂ ਆਰਡਰ ਆਏ ਸੀਗੇ। ਜੇ ਇੱਥੇ ਵੀ ਆਰਡਰ ਨਹੀਂ ਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਮਾਹੌਲ ਇੱਥੇ ਵੀ ਤਾਂ ਬਣ ਹੀ ਸਕਦਾ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ ਕਾਫੀ ਤੁਸੀਂ ਦੇਖੋ ਹੁਣ ਤੇ ਕਰੋਨਾ ਦੇ ਪੇਸ਼ੈਂਟ ਵੀ ਕਾਫੀ ਛੁੱਟੀ ਮਿਲਦੀ ਵੀ, ਰੋਜ਼ ਡੇਲੀ ਤੋਂ ਡੇਲੀ ਛੁੱਟੀ, ਵੱਧ ਤੋਂ ਵੱਧ ਪੇਸ਼ੈਂਟਾਂ ਨੂੰ ਛੁੱਟੀ ਮਿਲਦੀ ਵੀ। ਔਰ ਕੈਪਟਨ ਸਾਹਿਬ ਬਹੁਤ ਸੁਲਝੇ ਹੋਏ ਨੇ, ਉਹਨਾਂ ਨੇ ਦੇਖੋ ਕਿਸ ਤਰ੍ਹਾਂ ਪੰਜਾਬ ਦਾ ਮਾਹੌਲ ਸਾਂਭਿਆ। ਬਾਕੀ ਸ਼ਹਿਰਾਂ ਨਾਲੋਂ ਅਸੀਂ ਬਹੁਤ ਵਧੀਆ ਰਹੇ ਹਾਂ। ਪੰਜਾਬ ਸਾਡਾ ਸਭ ਤੋਂ ਵਧੀਆ ਰਿਹਾ, ਸਭ ਤੋਂ ਘੱਟ ਪੇਸ਼ੈਂਟ ਜਿਹੜੇ ਪੰਜਾਬ 'ਚ ਆਏ ਔਰ ਸਭ ਤੋਂ ਛੇਤੀ ਠੀਕ ਹੋ ਕੇ ਗਏ ਨੇ। ਇਹ ਬਹੁਤ ਵੱਡਾ ਉਹਨਾਂ ਦਾ ਉਪਰਾਲਾ ਵਾ ਕੈਪਟਨ ਸਾਹਿਬ ਦਾ, ਕਿਉਂਕਿ ਉਹਨਾਂ ਨੇ ਪਹਿਲੇ ਲੋਕਡਾਊਨ ਕਰਤਾ ਸੀਗਾ ਸਟਾਰਟਿੰਗ ਤੋਂ ਹੀ। ਇਸ ਲਈ ਕਾਂਗਰਸ ਪਾਰਟੀ ਨੇ ਪੂਰੀ ਮਦਦ ਕੀਤੀ ਸਾਡੀ ਆਪਣੀ। DC ਸਾਹਿਬ ਵੱਲੋਂ ਇੱਕ ਆਰਡਰ ਹੈਗੇ ਆ ਕਿ ਆਰਡਰ ਨਹੀਂ ਮੰਨਦੇ, ਉਹਦੇ ਉੱਤੇ ਜੇ ਤੁਹਾਡੀ ਮਾਰਕੀਟ ਦੇ ਨਾਲ ਗੱਲਬਾਤ ਹੁੰਦੀ ਆ ਉਹ ਲਾਗੂ ਕਰੋਗੇ ਕਿ ਨਹੀਂ ਹੋਊਗਾ? ਜੇ ਤੇ ਦੇਖੋ ਜੀ ਜਿੱਦਾਂ ਪ੍ਰਸ਼ਾਸਨ ਕਹੇਗਾ ਪ੍ਰਸ਼ਾਸਨ ਦੇ ਨਾਲ ਚੱਲਣਾ ਪੈਣਾ, ਕਿਉਂਕਿ ਉਹ ਵੀ ਵਿਚਾਰੇ 58 ਦਿਨਾਂ ਤੋਂ ਸਾਡੀ ਸੇਵਾ 'ਚ ਹੀ ਲੱਗੇ ਪਏ। ਜੇ ਪ੍ਰਸ਼ਾਸਨ ਦਾ ਹੁਕਮ ਹੋਏਗਾ ਫਿਰ ਆਪਾਂ ਬਾਜ਼ਾਰ ਵਾਲਿਆਂ ਨਾਲ ਬਹਿ ਕੇ ਗੱਲ ਕਰਾਂਗੇ ਸਾਰੇ। ਜੀ ਬਿਲਕੁਲ, ਆਪਾਂ ਹੁਣ ਤੁਹਾਨੂੰ ਰੈਣਕ ਬਾਜ਼ਾਰ ਦਾ ਮਾਹੌਲ ਦਿਖਾਉਂਦੇ ਆ ਕਿ ਜਿਵੇਂ ਦੁਕਾਨਾਂ ਖੁੱਲ੍ਹੀਆਂ, ਦੁਕਾਨਦਾਰਾਂ ਦੇ ਚਿਹਰੇ ਦੇ ਉੱਤੇ ਵੀ ਕਾਫੀ ਖੁਸ਼ੀ ਹੈ ਤੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਰੈਣਕ ਬਾਜ਼ਾਰ ਜਲੰਧਰ ਦੇ ਵਿੱਚ ਸਭ ਤੋਂ ਵੱਡਾ ਬਾਜ਼ਾਰ ਹੈ, ਜਿੱਥੇ ਮਨਿਆਰੀ ਦਾ ਵੀ ਸਮਾਨ, ਹਰੇਕ ਤਰ੍ਹਾਂ ਦੀ ਵੈਰਾਈਟੀ, ਕੱਪੜੇ ਦੀ, ਸ਼ੂਜ਼ ਦੀ, ਸਾਰਾ ਕੁਛ ਇੱਥੋਂ ਹੀ ਮਿਲਦਾ ਹੈ। ਤੇ ਸਭ ਤੋਂ ਵੱਡੀ ਗੱਲ, ਸਭ ਤੋਂ ਜ਼ਿਆਦਾ NRIs ਵੀ ਇਸ ਬਾਜ਼ਾਰ ਦੇ ਵਿੱਚ ਆਉਂਦੇ ਸੀ। ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈ ਇਸ ਦੇ ਬਾਰੇ। ਭਾਈ ਅੱਜ ਕਾਫੀ ਦਿਨਾਂ ਦੇ ਬਾਅਦ ਇਹ ਮਾਰਕੀਟ ਖੁੱਲ੍ਹੀ ਹੈ, ਸਰਕਾਰ ਵੱਲੋਂ ਕੀ ਹਦਾਇਤਾਂ ਹੈ? ਸਰ ਸਰਕਾਰ ਵੱਲੋਂ ਹਦਾਇਤਾਂ ਸਾਨੂੰ ਇਹੀ ਹੈ ਕਿ ਤੁਸੀਂ ਆਪਣਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਤੇ ਹੱਥ ਆਪਣੇ ਸੈਨੀਟਾਈਜ਼ਰ ਨਾਲ ਸਾਫ਼ ਵਗੈਰਾ ਰੱਖੋ, ਮੂੰਹ ਤੇ ਮਾਸਕ ਪਾ ਕੇ ਰੱਖੋ। ਤੇ ਬਾਕੀ ਗੌਰਮੈਂਟ ਨੇ ਬਹੁਤ ਵਧੀਆ ਕੀਤਾ ਹੈ ਉਪਰਾਲਾ ਵੀ ਖੋਲ੍ਹੀ ਦੁਕਾਨਾਂ, ਸ਼ਾਪਸ ਖੋਲ੍ਹੀਆਂ, ਇਹਨਾਂ ਨਾਲ ਸਾਡਾ ਰੋਜ਼ੀ ਰੋਟੀ ਦਾ ਕੰਮ ਚਾਲੂ ਹੋਊਗਾ। ਚਲੋ ਆਪਾਂ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਦੁਕਾਨਾਂ ਓਪਨ ਕੀਤੀਆਂ ਗਈਆਂ। ਤੇ ਬਸ ਸਰ ਮੈਂ ਇਹੀ ਕਹਿਣਾ ਚਾਹੁੰਦਾ। ਜਿਵੇਂ ਹੁਣ ਜੇ ਕੋਈ ਕਸਟਮਰ ਆਉਂਦਾ ਬਗੈਰ ਮਾਸਕ ਤੋਂ ਆਉਂਦਾ, ਉਹਨੂੰ ਤੁਸੀਂ ਅੰਦਰ ਆਉਂਦਾ ਹੋ? ਨਹੀਂ, ਅਸੀਂ ਉਹਨੂੰ ਅੰਦਰ ਐਂਟਰੀ ਨਹੀਂ ਹੋਏਗੀ। ਆਪਾਂ ਬਕਾਇਦਾ ਇੱਥੇ ਹੁਣ ਥੋੜ੍ਹੀ ਦੇਰ ਤੱਕ ਲਿਖ ਕੇ ਲਗਾਵਾਂਗੇ, ਨੋ ਮਾਸਕ ਨੋ ਐਂਟਰੀ, ਵਿਦਆਊਟ ਮਾਸਕ ਕੋਈ ਐਂਟਰੀ ਨਹੀਂ ਹੋਏਗੀ ਸ਼ਾਪ 'ਚ। ਜੋ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੈਨੀਟਾਈਜ਼ਰ ਯੂਜ਼ ਕਰਨਾ, ਉਹ ਵੀ ਤੁਹਾਨੂੰ ਦੁਕਾਨ ਦੇ ਬਾਹਰ ਰੱਖਿਆ ਤੁਸੀਂ? ਨਹੀਂ ਸਰ, ਆਪਾਂ ਬਸ ਜਾ ਰਹੇ ਲੈਣ, ਆਪਾਂ ਇੱਕ ਦੁਕਾਨ ਦੇ ਅੰਦਰ ਵੀ ਰੱਖਾਂਗੇ, ਇੱਕ ਬਾਹਰ ਵੀ ਰੱਖਾਂਗੇ ਸੈਨੀਟਾਈਜ਼ ਵਗੈਰਾ।
ਬਕਾਇਦਾ ਵਾਸ਼ ਵਗੈਰਾ ਕੀਤੇ ਜਾਣਗੇ, ਹੱਥ ਕਸਟਮਰ ਦੇ ਵੀ ਤੇ ਆਪਣੇ ਵੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਦੁਕਾਨਾਂ ਦੇ ਉੱਤੇ ਜੋ ਸਰਕਾਰ ਵੱਲੋਂ ਹਦਾਇਤਾਂ ਆਈਆਂ, ਜੋ ਪ੍ਰੀਕਾਸ਼ਨ ਵਰਤਣ ਲਈ ਕਿਹਾ ਗਿਆ ਹੈ, ਦੁਕਾਨਾਂ ਦੇ ਬਾਹਰ ਸੈਨੀਟਾਈਜ਼ਰ ਵੀ ਲਾਏ ਜਾਣਗੇ, ਮਾਸਕ ਦੀ ਵਰਤੋਂ ਵੀ ਕੀਤੀ ਜਾਏਗੀ। ਤੇ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਜਿਹੜਾ ਬੰਦਾ ਮਾਸਕ ਨਹੀਂ ਲਾਏਗਾ ਅਸੀਂ ਉਹਨਾਂ ਨੂੰ ਦੁਕਾਨ ਦੇ ਅੰਦਰ ਨਹੀਂ ਆਉਣ ਦੇਵਾਂਗੇ। ਸੋ ਅਸੀਂ ਹੋਰ ਦੁਕਾਨਦਾਰਾਂ ਨਾਲ ਗੱਲ ਕਰਦੇ। ਸਰ, ਕੀ ਕਹਿਣਾ ਹੈ ਕਿ ਕਾਫੀ ਦਿਨਾਂ ਦੇ ਬਾਅਦ ਮਾਰਕੀਟ ਖੁੱਲੀ ਹੈ, ਸਰਕਾਰ ਵੱਲੋਂ ਜੋ ਪ੍ਰੀਕਾਸ਼ਨ ਵਰਤਣ ਦੇ ਲਈ ਕਿਹਾ ਗਿਆ ਹੈ, ਤੁਸੀਂ ਕਿਸ ਹਿਸਾਬ ਨਾਲ ਉਹਨੂੰ ਮੇਨਟੇਨ ਕਰੋਗੇ? मेंटेन की एक तो सोशल डिस्टेंसिंग तो रखनी पैनी हैगी है, मास्क वगैरह लगाओ और क्यों नहीं, यही मेन तो यही है ना, सोशल डिस्टेंसिंग जितनी ज़्यादा रख सकते हैं। ਜੇ ਕੋਈ ਬਗੈਰ ਮਾਸਕ ਤੋਂ ਆਂਦਾ ਹੈ ਤੇ ਤੁਸੀਂ ਉਹ ਕਸਟਮਰ ਨੂੰ ਕਿੱਦਾਂ ਹੈਂਡਲ ਕਰੋਗੇ? नहीं वो कोई अंदर नहीं आने देना, अपने को मास्क च रखांगे पहला, जो अंदर एंटर करना अपने को देवांगे जब मास्क, जो बिना मास्क आंदा तो बाहर जाना, फिर उन्होंने ट्रीट ही नहीं करना, डील ही नहीं करना। ਜੀ ਅਸੀਂ ਹੋਰ ਵੀ ਦੁਕਾਨ ਦੇ ਉੱਤੇ ਜਾਂਦੇ ਹਾਂ, ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਜਿਵੇਂ ਕਾਫੀ ਦਿਨਾਂ ਦੇ ਬਾਅਦ ਮਾਰਕੀਟ ਖੁੱਲੀ ਹੈ, ਕਾਫੀ ਨੁਕਸਾਨ ਵੀ ਹੋਇਆ ਹੈ ਜੀ, ਚਲੋ ਮਹਾਮਾਰੀ ਦਾ ਕਰਕੇ ਸਰਕਾਰ ਵੱਲੋਂ ਹਦਾਇਤਾਂ ਸੀਗੀਆਂ, ਕਿਹੋ ਜਿਹਾ ਲੱਗਦਾ ਹੈ ਜੇ ਕੀ ਪ੍ਰੀਕਾਸ਼ਨ ਵਰਤੋਗੇ? ਸਰ ਪ੍ਰੀਕਾਸ਼ਨ ਤਾਂ ਵਿਦਆਊਟ ਮਾਸਕ ਅਸੀਂ ਕਸਟਮਰ ਨੂੰ ਸਮਾਨ ਨਹੀਂ ਦੇਣਾ, ਨਾ ਅਸੀਂ ਐਂਟਰੀ ਕਰਨ ਦੇਣੀ ਹੈ ਜੀ। ਠੀਕ ਆ ਜੀ। ਸੈਕਿੰਡ ਜਿਹੜੀ ਭਾਜੀ ਆਪਾਂ ਸੈਨੀਟਾਈਜ਼ਰ ਰੱਖ ਲਿਆ, ਗਲਵਜ਼ ਅਸੀਂ ਪਾਉਣ ਲੱਗੇ ਹਾਂ, ਸਭ ਜਸਟ ਸ਼ੌਪ ਖੋਲ੍ਹੀ ਇਸ ਕਰਕੇ ਰੱਖ ਲਿਆ। ਅਸੀਂ ਕਸਟਮਰ ਦਾ ਪਹਿਲੇ ਹੱਥ ਸਾਫ਼ ਕਰਵਾਵਾਂਗੇ, ਫਿਰ ਉਹਨੂੰ ਸਮਾਨ ਦੇਵਾਂਗੇ। ਇਹਦੇ ਵਿੱਚ ਅਸੀਂ ਡਿਟੋਲ ਪਾ ਲਈ ਹੈ ਜੀ। ਅੱਧੇ ਤੇ ਪੌਣੇ ਘੰਟੇ ਬਾਅਦ ਸਰ ਅਸੀਂ ਜਿਹੜਾ ਵਾ ਆਪਣੇ ਸਾਰੇ ਸ਼ੀਸ਼ੇ ਜਿੱਥੇ ਤੇ ਹੱਥ ਲੱਗੂਗਾ ਉੱਥੇ ਡਿਟੋਲ ਨਾਲ ਸਾਫ਼ ਕਰੀ ਜਾਵਾਂਗੇ ਜੀ। ਬਿਲਕੁਲ, ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਨੇ। ਹਾਂਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਜਤਿੰਦਰ ਕੁਮਾਰ ਹੈ ਜੀ, ਟਿੰਕੂ। ਮੈਂ ਫਰੂਟ ਮਾਰਕੀਟ ਤੋਂ ਪ੍ਰਧਾਨ ਹਾਂ, ਜੋਤੀ ਚੌਂਕ ਤੋਂ। ਆ ਜਿਹੜਾ ਸਰਕਾਰ ਨੇ ਅੱਜ ਫੈਸਲਾ ਲਿੱਤਾ ਹੈ, ਬਾਜ਼ਾਰਾਂ ਨੂੰ ਥੋੜ੍ਹੀ ਹਦਾਇਤ ਦਿੱਤੀ ਹੈ, ਬਹੁਤ ਵਧੀਆ ਕੰਮ ਕੀਤਾ ਜੀ ਇਹਨਾਂ ਨੇ। ਇਹ ਹੁਣ ਦੁਕਾਨਦਾਰਾਂ ਦਾ ਵੀ ਫਰਜ਼ ਬਣਦਾ ਵਾ ਕਿ ਜਿਸ ਤਰ੍ਹਾਂ ਆਪਾਂ ਖਲੋਤੇ ਆ ਇਹਨਾਂ ਨੇ ਗੈਪ 'ਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਣ, ਕਿਉਂਕਿ ਇੱਕ ਦੁਕਾਨਦਾਰ ਵੀ ਜਿਹੜਾ ਹੈਗਾ ਵਾ ਉਹਦੇ ਨਾਲ ਉਹਦੇ ਪਰਿਵਾਰ ਦੇ ਮੈਂਬਰ ਜੁੜੇ ਹੋਏ ਨੇ। ਅਸੀਂ ਆਪਣੇ ਆਪ ਨੂੰ ਸੇਫ ਵੀ ਕਰਨਾ, ਲੋਕਾਂ ਨੂੰ ਵੀ ਨਾਲ ਸੇਫ ਕਰਨਾ। ਅਸੀਂ ਸਾਡੇ ਦੁਕਾਨਦਾਰ ਜਦੋਂ ਦੁਕਾਨ 'ਤੇ ਆਉਣਗੇ ਆਪਣੇ ਸੈਨੀਟਾਈਜ਼ ਨਾ ਰੱਖਣਗੇ, ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਣਗੇ, ਗਲਵਜ਼ ਪਾਉਣਗੇ। ਜਿਹੜੇ ਬੰਦੇ ਆਪਣੇ ਹੱਥ ਧੋਣਾ ਵੀ ਚਾਹਣਗੇ ਅਸੀਂ ਉਹਨਾਂ ਲਈ ਬਕਾਇਦਾ ਪੂਰਾ ਪਾਣੀ ਵੀ ਉੱਥੇ ਨਾਲ ਸਟੋਰ ਕਰਕੇ ਰੱਖਾਂਗੇ ਕਿ ਜਿਹੜਾ ਹੱਥ ਧੋ ਕੇ ਆਪਣਾ ਸੈਨੀਟਾਈਜ਼ ਕਰ ਸਕਣ। ਅਤੇ ਬਚਾਅ ਵਿੱਚ ਹੀ ਬਚਾਅ ਹੈ। ਬਾਕੀ ਤੁਹਾਡੇ ਤੋਂ ਵੀ ਸਾਨੂੰ ਜਿਵੇਂ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਵੀ ਜਾਰੀ ਕੀਤਾ ਗਿਆ ਕਿ ਸਭ ਤੋਂ ਜ਼ਿਆਦਾ ਭੀੜ ਭਾੜ ਵਾਲਾ ਏਰੀਆ ਇਹੀ ਆ। ਇੱਕ ਇਹਦੇ ਇਲਾਵਾ ਫਗਵਾੜਾ ਗੇਟ ਮਾਰਕੀਟ ਸੀਗੀ, ਔਰ ਐਂਡ ਈਵਨ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਦੁਕਾਨ ਖੁੱਲ੍ਹੀ ਹੋਏਗੀ, ਇੱਕ ਜਾਂ ਦੋ ਦੁਕਾਨਾਂ ਦਾ ਗੈਪ ਪਾ ਕੇ ਫਿਰ ਦੁਕਾਨ ਖੁੱਲ੍ਹੇਗੀ। ਜੇ ਉਹ ਚੀਜ਼ ਇੱਥੇ ਵੀ ਲਾਗੂ ਕਰਨੀ ਚਾਹੇ ਸਰਕਾਰ ਤੇ ਡੀਸੀ ਸਾਹਿਬ ਵੱਲੋਂ ਆਰਡਰ ਨੇ। ਦੇਖੋ ਜੀ, ਸਰਕਾਰ ਦੇ ਉੱਤੇ ਹੀ ਹੈ ਜੀ। ਡੀਸੀ ਸਾਹਿਬ ਜੋ ਕਰਨਗੇ ਉਹ ਸਾਰੀ ਜਨਤਾ ਨੂੰ ਮੰਨਣਾ ਹੀ ਪੈਣਾ ਵਾ। ਦੈਨ ਜਿੱਦਾਂ ਤੁਸੀਂ ਇਸੇ ਭਗਵਾਨ ਵਾਲਮੀਕ ਚੌਂਕ ਰੈਣਕ ਬਾਜ਼ਾਰ ਦੀ ਗੱਲ ਕੀਤੀ ਹੈ, ਇਹ ਹਾਰਟ ਆਫ ਦਾ ਸਿਟੀ ਹੈ ਜੀ। ਜਲੰਧਰ ਸ਼ਹਿਰ ਦਾ ਹਾਰਟ ਆ, ਸਭ ਤੋਂ ਬਿਜ਼ੀ ਏਰੀਆ ਇਹ ਹੈ। ਜੇ ਇਹ ਕਹਿਣਗੇ ਕਿ ਸਾਨੂੰ ਜਿਹੜੇ ਦਿਨ ਵਾਰ ਦਿੰਦੇ, ਵੈਸੇ ਜਿਹੜਾ ਇਹਨਾਂ ਖਬਰ ਆਈ ਉੱਚ ਦੱਸਿਆ ਕਿ ਬੁੱਧ ਵੀਰ ਸ਼ੁੱਕਰਵਾਰ 3 ਦਿਨ ਦੁਕਾਨਾਂ ਖੁੱਲ੍ਹਣਗੀਆਂ, 3 ਦਿਨ, ਬਾਕੀ 4 ਦਿਨ ਬੰਦ ਰਹਿਣਗੀਆਂ। ਉਹ 'ਚ ਵੀ ਟਾਈਮ ਬਾਉਂਡ ਹੋਏਗਾ, ਇੰਨੇ ਤੋਂ ਇੰਨੇ ਵਜੇ ਤੱਕ ਜਿਹੜਾ ਦੇਣਗੇ। ਅਸੀਂ ਦੁਕਾਨਦਾਰ ਪੂਰਾ ਵਿਸ਼ਵਾਸ ਦਿਵਾਵਾਂਗੇ ਡੀਸੀ ਸਾਹਿਬ ਨੂੰ ਕਿ ਡੀਸੀ ਸਾਹਿਬ ਜੋ ਤੁਸੀਂ ਹੁਕਮ ਕਰੋਗੇ ਅਸੀਂ ਪੂਰੇ 'ਤੇ ਖਰੇ ਉਤਰਾਂਗੇ। ਪੂਰੀ ਸ਼ਰਤਾਂ ਜਿਹੜੀ ਤੁਹਾਨੂੰ ਦਿੱਤੀ ਜਾਣਗੀਆਂ, ਪੂਰੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਜਾਏਗਾ। ਕੋਈ ਬੇਵਕੂਫੀ ਨਹੀਂ ਕੀਤੀ ਜਾਏਗੀ ਜਿੱਦਾਂ ਫਗਵਾੜਾ ਗੇਟ ਦੇ ਵਿੱਚ ਕੀਤੀ ਗਈ ਸੀ। ਅਸੀਂ ਪੂਰਾ ਇੱਥੇ ਸੈਨੀਟਾਈਜ਼ ਵਗੈਰਾ ਕੋਲ ਰੱਖਾਂਗੇ, ਪੂਰੀ ਫੁੱਲ ਹਦਾਇਤਾਂ ਤੁਹਾਡੀਆਂ ਮੰਨਾਂਗੇ। ਪਰ ਤੁਸੀਂ ਵੀ ਪਲੀਜ਼ ਜਨਤਾ ਦੇ ਨਾਲ ਕੋਆਪਰੇਟ ਕਰੋ। ਜਨਤਾ ਬਹੁਤ ਔਖੀ ਪਈ ਸੀ। ਅੱਜ 55 ਦਿਨ ਬਾਅਦ ਅਸੀਂ ਬਾਜ਼ਾਰ ਦੇ ਵਿੱਚ ਆਏ ਹਾਂ, ਘਰਾਂ 'ਚ ਡੱਕੇ ਸੀ, ਬੋਰ ਹੋ ਗਏ, ਮੈਂਟਲੀ ਟਾਰਚਰ ਹੋ ਰਹੇ ਬੰਦੇ, ਰੁਜ਼ਗਾਰ ਕੁਛ ਨਹੀਂ ਸੀ। ਡੀਸੀ ਸਾਹਿਬ ਇੱਕ ਤੁਹਾਨੂੰ ਹੋਰ ਵੀ ਕਹਿੰਦੇ ਕਿ ਜਿਹੜਾ ਤੁਸੀਂ ਕਿਹਾ ਸੀ ਕਿ ਬਿਜਲੀ ਬਿੱਲ ਮਾਫ ਕਰਾਂ, ਇਨਕਮ ਕਿਸੇ ਬੰਦੇ ਦੀ ਕੋਈ ਨਹੀਂ ਹੈਗੀ ਸਰ। ਕਿਸੇ ਨੇ ਇੱਕ ਸਿੰਗਲ ਰੁਪਇਆ ਨਹੀਂ ਵੀ ਕਮਾ ਕੇ ਦੇਖਿਆ। ਬੱਚੇ ਸਕੂਲ ਦੀ ਫੀਸਾਂ, ਕਾਲਜ ਦੀ ਫੀਸਾਂ, ਇਲੈਕਟ੍ਰਿਸਿਟੀ ਬਿੱਲ ਜਿਹੜੇ ਹੈਗੇ ਉਹ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਜਨਾਬ ਕਿ ਇਸ ਸਾਈਡ ਪਲੀਜ਼ ਸੋਚੋ ਕਿ ਅਸੀਂ ਕੋਈ ਪੈਸਾ ਨਹੀਂ ਕਮਾਇਆ, ਬਹੁਤ ਮੱਧਮ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ, ਅਤੇ ਤੁਸੀਂ ਇਹਦਾ ਵੀ ਕੋਈ ਸੋਚੋ ਜੀ। ਜ਼ਿਆਦਾਤਰ ਇਹ ਵੀ ਦੇਖਿਆ ਗਿਆ ਕਿ ਮਿਡਲ ਕਲਾਸ ਫੈਮਲੀਜ਼ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਆਈ ਹੈ, ਕਿਉਂਕਿ ਸਰਕਾਰ ਵੱਲੋਂ ਨੀਲੇ ਕਾਰਡ ਵਾਲਿਆਂ ਨੂੰ ਵੀ ਰਾਸ਼ਨ ਦਿੱਤਾ ਗਿਆ, ਕਈਆਂ ਨੂੰ ਮਿਲਿਆ, ਕਈਆਂ ਨੂੰ ਨਹੀਂ ਮਿਲਿਆ। ਉਹਦੇ ਬਾਅਦ ਇਹ ਗਰੀਬ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਿਆ ਆ, ਅਤੇ ਸਭ ਤੋਂ ਜ਼ਿਆਦਾ ਮਿਡਲ ਕਲਾਸ ਬੰਦਾ ਹੀ ਕਿਸੇ ਕੋਲ ਰਾਸ਼ਨ ਲੈਣ ਗਿਆ, ਅਤੇ ਉੱਤੋਂ ਉਹਨਾਂ ਨੂੰ ਦੁਕਾਨ ਦੇ ਬਿੱਲ ਵੀ ਪੈ ਗਏ। ਕਈਆਂ ਨੇ ਕਿਰਾਏ 'ਤੇ ਦੁਕਾਨਾਂ ਲਈਆਂ ਹੋਈਆਂ ਸੀ, ਕਿਰਾਇਆ ਵੀ ਦੁਕਾਨਾਂ ਦਾ ਪੈ ਗਿਆ। ਉਹਦੇ ਬਾਅਦ ਬੱਚਿਆਂ ਦੀ ਫੀਸ, ਹੋਰ ਵੀ ਛੋਟੇ ਮੋਟੇ ਖਰਚੇ ਕਾਫੀ ਹੁੰਦੇ ਨੇ ਇੱਕ ਮਿਡਲ ਕਲਾਸ ਬੰਦੇ ਦੇ ਲਈ। ਜੀ ਦੇਖੋ ਜੀ, ਇੱਕ ਜਿਹੜਾ ਦੁਕਾਨਦਾਰ ਹੈ, ਨੋਰਮਲ ਦੁਕਾਨਦਾਰ ਹੈ, ਜਿਹਦੇ ਕੋਲ 2 ਬੰਦੇ ਕੰਮ ਕਰਦੇ ਆ ਤਾਂ 500 ਰੁਪਏ ਦਿਹਾੜੀ ਉਹਨਾਂ ਨੂੰ ਦੇਣੀ ਪੈਂਦੀ ਹੈ। ਉਹਨਾਂ ਦਾ ਸਿਰ ਰੋਟੀ ਪਾਣੀ ਦਾ ਖਰਚਾ ਵੀ ਕੋਲ, ਆਪਣੇ ਘਰ ਦਾ ਵੀ ਖਰਚਾ ਕੱਢਦਾ ਹੈਗਾ। ਜੇ ਦੁਕਾਨਾਂ 55 ਦਿਨ ਤੋਂ ਬੰਦ ਹੈਗੀਆਂ ਸੀ
ਇਨਕਮ ਤੇ ਕਿਸੇ ਬੰਦੇ ਨੂੰ ਸਿੰਗਲ ਪੈਸੇ ਦੀ ਵੀ ਨਹੀਂ ਆਈ ਸਰ, ਤੇ ਉਹ ਬੰਦਾ ਕਿੱਦਾਂ ਮੈਨੇਜ ਕਰ ਸਕਦਾ ਦੱਸੋ ਤੁਸੀਂ? ਜਦੋਂ ਕੋਈ ਰੋਜ਼ਮਰਰਾ ਜ਼ਿੰਦਗੀ ਵਿੱਚ ਹੈਂਡ ਟੂ ਮਾਊਥ ਡੇਲੀ ਉਹਨੇ ਕਰਕੇ ਜਿਸ ਬੰਦੇ ਨੇ ਖਾਣਾ ਵਾ, ਉਹਦੇ ਕੋਲ ਇਹ ਤਾਂ ਹੈ ਨਹੀਂ ਕਿ ਕਰੋੜਾਂ ਰੁਪਏ ਜੋੜੇ, ਲੱਖਾਂ ਰੁਪਏ ਜੋੜੇ ਹੋਏ ਕਿਸੇ ਨੇ। ਉਹ ਰੋਜ਼ ਵਿਚਾਰਾ ਆਪਣਾ ਮਾਲ ਪਤਾ ਨਹੀਂ ਕਿਸ ਤਰ੍ਹਾਂ ਉਧਾਰ ਲੈ ਕੇ ਆਉਂਦਾ ਹੈ, ਕਿਸ ਤਰ੍ਹਾਂ ਲੈ ਕੇ ਆਉਂਦਾ ਵਾ। 10,000 ਦਾ ਮਾਲ ਇਨਵੈਸਟ ਕਰਕੇ ਸ਼ਾਮੀ 11,000 ਵੱਟ ਕੇ ਆਪਣੇ 1000 ਰੁਪਏ ਪ੍ਰੋਫਿਟ ਲਾ ਕੇ 500 ਪ੍ਰੋਫਿਟ ਲਾ ਕੇ ਆਪਣੇ ਘਰ ਦਾ ਤੋਰਾ ਤੋੜਦਾ। ਬਹੁਤ ਹੀ ਔਖਾ ਜੀ, ਮੱਧਮ ਫੈਮਿਲੀ ਦੀ, ਮਿਡਲ ਫੈਮਿਲੀ ਵੀ, ਛੋਟੀ ਫੈਮਿਲੀ ਬਹੁਤ ਹੀ ਔਖਾ ਜੀ। ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ ਮਿਡਲ ਕਲਾਸ ਫੈਮਿਲੀਜ਼ ਦੇ ਲਈ? ਅਸੀਂ ਸਰਕਾਰ ਨੂੰ ਇਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਜੀ, ਕਿ ਸਾਨੂੰ ਜਿਹੜੇ ਬੱਚਿਆਂ ਦੀ ਜਿਹੜੀ ਫੀਸ ਹੈਗੀ ਹੈ ਸਕੂਲ ਕਾਲਜਾਂ ਦੀ, ਉਹ ਸਾਨੂੰ ਬਿਲਕੁਲ ਮਾਫ ਕੀਤੀ ਜਾਵੇ ਜੀ। ਸਾਡੀ ਇੱਕ ਸਿੰਗਲ ਪੈਸਾ ਅਸੀਂ ਨਹੀਂ ਕਮਾਇਆ। ਜਿਹੜਾ ਬਿਜਲੀ ਦੇ ਬਿੱਲ ਹੈਗੇ ਆ ਜੀ, ਉਹ ਸਾਨੂੰ ਮਾਫ ਕੀਤੇ ਜਾਣ। ਸਾਡੇ ਕੋਲ ਪੈਸੇ ਨਹੀਂ ਹੈਗੇ ਜੀ, ਇਹ ਬਿਲਕੁਲ ਸੱਚਾਈ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਜੀ। ਮੇਰਾ ਇਹ ਹਾਲ ਹੈ, ਬਾਕੀ ਸਾਰੇ ਇੱਥੇ ਮੇਰੇ ਦੁਕਾਨਦਾਰਾਂ ਦਾ ਵੀ ਇਹੀ ਹਾਲ ਹੈ। ਗਰੀਬ ਬੰਦਾ ਹਰ ਪਾਸੋਂ ਮਰਦਾ ਹੈ। ਤੁਸੀਂ ਦੇਖ ਹੀ ਲਿਆ, ਜਿਹੜੇ ਪਲਾਨ ਕਰ ਰਹੇ ਸੀ ਗਰੀਬ ਬੰਦੇ ਮਜ਼ਦੂਰ, ਕਿੰਨੀ ਦੂਰ ਬਿਹਾਰ ਹੈ, ਵਿਚਾਰੇ ਤੁਰ ਕੇ ਚਲੇ ਗਏ ਜੀ। ਕਿੰਨਾ ਉਹਨਾਂ ਨਾਲ ਵਿਸ਼ਵਾਸਘਾਤ ਹੋਇਆ। ਕਿਹੜੇ ਪੈਸੇ ਬੰਦੇ ਨੂੰ ਮਿਲੇ? ਇੱਕ ਸਿੰਗਲ ਰੁਪਈਆ ਨਹੀਂ ਕਿਸੇ ਨੂੰ ਮਿਲਿਆ। ਮੋਦੀ ਸਾਹਿਬ ਤਾਂ ਬਹੁਤ ਕਹਿ ਰਹੇ ਕਿ ਮੈਂ ਲੋਕਾਂ ਦੇ ਖਾਤੇ ਪਾਤੇ, ਫਲਾਣਾ ਕਰਤਾ। ਮੈਂ ਜਿੱਦਾਂ ਜਿਆਦਾ ਮਿਸਾਲ ਦੇ ਰਿਹਾ ਇਸ ਗੱਲ ਦੀ। ਇੱਕ ਸਿੰਗਲ ਰੁਪਈਆ ਵੀ ਮੋਦੀ ਸਾਹਿਬ ਨੇ ਕਿਸੇ ਦੇ ਅਕਾਊਂਟ 'ਚ, ਮੇਰੇ ਅਕਾਊਂਟ 'ਚ, ਮੇਰੇ ਫੈਮਿਲੀ ਦੇ ਅਕਾਊਂਟ 'ਚ, ਮੇਰੇ ਘਰ ਦੀ ਜਿਹੜੀ ਗਲੀ ਆ ਉਹਦੇ ਅਕਾਊਂਟ 'ਚ, ਜਾਂ ਮੇਰੇ ਇੱਥੇ ਚੌਂ ਦੇ ਕਿਸੇ ਬੰਦੇ ਦੇ ਅਕਾਊਂਟ 'ਚ ਕਿਸੇ ਇੱਕ ਸਿੰਗਲ ਰੁਪਈਆ ਵੀ ਨਹੀਂ ਪਾਇਆ। ਆਰਥਿਕ ਮਦਦ ਤੁਸੀਂ ਕੀਤੀ ਨਹੀਂ, ਸਿਰਫ ਫੋਟੋਆਂ ਦਿਖਾਉਂਦੇ ਰਹੇ ਆਪਣੀਆਂ ਆਪਣੇ ਚੈਨਲਾਂ ਦੇ ਵਿੱਚ ਕਿ ਅਸੀਂ ਇੰਨਾ ਕਰੋੜ ਪਾਤਾ। 20 ਲੱਖ ਕਰੋੜ ਦਾ ਜਿਹੜਾ ਇਹਨਾਂ ਨੇ ਕੀਤਾ ਕਿ ਅਸੀਂ 20 ਲੱਖ ਕਰੋੜ ਦਾ ਇਹ ਲੋਕ ਆਰਥਿਕ ਮਦਦ ਕਰਾਂਗੇ। ਦੱਸੋ ਮੈਨੂੰ, ਤੁਸੀਂ ਆਪ ਹੀ ਦੱਸ ਦਿਓ, ਤੁਸੀਂ ਪ੍ਰੈਸ ਵਾਲੇ, ਤੁਹਾਡੇ ਖਾਤੇ 'ਚ ਕੋਈ ਪੈਸਾ ਆਇਆ? ਸਾਡੇ ਦਾ ਪੈਸਾ ਨਹੀਂ ਆਇਆ ਸੀ। ਸਰਕਾਰ ਕੋਲ ਇਹ ਕਾਫੀ ਸਵਾਲ ਵੀ ਕੀਤੇ ਸੀਗੇ ਕਿ ਜੋ 20 ਲੱਖ ਕਰੋੜ ਰੁਪਇਆ ਆਇਆ, ਇਹ ਜਾਂ ਤਾਂ ਉੱਪਰ ਕਿਸੇ ਮੰਤਰੀਆਂ ਤੱਕ ਚਲੇ ਜਾਣਾ, ਨੀਚੇ ਮਿਡਲ ਕਲਾਸ ਫੈਮਿਲੀ ਤੱਕ ਜਾਂ ਗਰੀਬ ਬੰਦੇ ਤੱਕ ਕੋਈ ਨਹੀਂ ਆਏਗਾ, ਕਿਉਂਕਿ ਇਹ ਸਾਰਾ ਜੋ ਪੈਸਾ ਹੈ ਬਿਜ਼ਨਸਮੈਨਾਂ ਦੇ ਕੋਲ ਜਾਏਗਾ ਜਾਂ ਮੰਤਰੀਆਂ ਦੇ ਕੋਲ ਜਾਏਗਾ, ਆਮ ਪਬਲਿਕ ਦੇ ਕੋਲ ਨਹੀਂ ਆਏਗਾ। ਜਦੋਂ ਵੋਟਾਂ ਆਉਂਦੀਆਂ 5 ਸਾਲ ਜੋ ਉਦੋਂ ਉਸ ਟਾਈਮ ਹੀ ਦਿਖਦੇ ਆ। ਬਾਕੀ 5 ਸਾਲ ਦੇ ਵਿੱਚ ਦੇਖੋ ਕਿੱਦਾਂ ਮੋਦੀ ਗਏ, ਕਿਸੇ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਕਿਸੇ ਨੇ ਨਹੀਂ ਦੇਖਿਆ। ਕਦੀ ਕਿਤੇ ਭਾਲ ਪੁੱਛਣ ਆਏ ਹੁਣ, ਕੋਈ ਰਾਸ਼ਟਰਪਤੀ ਸਾਹਿਬ ਪੁੱਛਿਆ, ਕੋਈ MP ਆ ਕੇ ਪੁੱਛਿਆ ਹੋਵੇ 24 ਜੀ ਘੇਰੇ, ਜੇ ਕੋਈ ਵੀ ਕਿਸੇ ਨੇ ਕੋਈ ਹਾਲ ਨਹੀਂ ਪੁੱਛਿਆ। ਸਿਰਫ ਸਾਡਾ ਇੱਕ ਵਾਰਡ ਨੰਬਰ 50 ਦਾ ਕੌਂਸਲ ਹੈਗਾ ਸ਼ਹਿਰੀ ਜੱਡਾ, ਉਹਨੇ ਸਾਡੇ ਗਰੀਬਾਂ ਦੀ ਬਹੁਤ ਮਦਦ ਕੀਤੀ। 5-5 ਕਿਲੋ ਆਟਾ ਹਰ ਹਫਤੇ ਦਿੰਦਾ ਰਿਹਾ, ਛੋਲੇ ਦਿੰਦਾ ਰਿਹਾ, ਹੋਰ ਥੋੜਾ ਘਰ ਦਾ ਜ਼ਰੂਰੀ ਸਮਾਨ ਦਿੰਦਾ। ਪਰ ਬਾਕੀ ਜਿਹੜੇ ਕੋਈ ਕਿਸੇ ਹੋਰ ਮੰਤਰੀ ਸੰਤਰੀ ਸਾਡੀ ਹੈਲਪ ਕੀਤੀ ਹੈ, ਉਹ ਕਿਸੇ ਨੇ ਕੁਛ ਨਹੀਂ ਕੀਤੀ। ਗਰੀਬ ਬੰਦੇ ਜਿਹੜੇ ਰੋਡ ਤੇ ਪਲਾਨ ਕਰ ਰਹੇ ਸੀ, ਉਹਨਾਂ ਦੇ ਭੁੱਖ ਨਾਲ ਜਾਨ ਨਿਕਲਣ ਦੀ ਸੀ। ਉਹਨਾਂ ਕੋਲ ਇੱਕ ਸਿੰਗਲ ਰੁਪਈਆ ਨਹੀਂ, ਵਿਚਾਰੇ ਪੈਦਲ ਹੀ ਨਿਕਲ ਕੇ ਬਿਹਾਰ ਨੂੰ 1 ਕਿਲੋਮੀਟਰ, ਉਹਨਾਂ ਦੇ ਡਾਂਗਾ ਮਾਰੀ ਗਈਆਂ। ਕਿੰਨੀ ਬੇਵਜ੍ਹਾ ਕੀਤੀ ਗਈ। ਇਹ ਭ੍ਰਸ਼ਟ ਮੰਤਰੀ ਜਿਹੜੇ ਹੈਗੇ ਆ, ਇਹਨਾਂ ਦੇ ਨੱਥ ਪਾਉਣ ਵਾਲੀ ਹੈ। ਇਹਨਾਂ ਨੂੰ ਨੱਥ ਪਾਓ ਭ੍ਰਸ਼ਟ ਮੰਤਰੀਆਂ ਨੂੰ। ਇਹ ਬਹੁਤ ਖਰਾਬ ਬੰਦੇ ਨੇ। ਇਹਨਾਂ ਨੇ ਮਾਨਵ ਅਧਿਕਾਰ ਦਾ ਜਿਹੜਾ ਕਤਲ ਕੀਤਾ ਸ਼ਰੇਆਮ, ਉਹ ਬਹੁਤ ਹੀ ਮਾੜਾ ਕੀਤਾ ਵਾ, ਬਹੁਤ ਮਾੜਾ ਕੀਤਾ ਇਹਨਾਂ ਨੇ। ਸਾਡੇ ਮੇਰੇ ਭਾਵੇਂ ਰਿਸ਼ਤੇਦਾਰ ਨਹੀਂ ਕਿ ਨਾ ਮੇਰਾ ਕੋਈ ਲੱਗਦੇ ਮਜ਼ਦੂਰ ਵਿਚਾਰੇ ਹੋ, ਪਰ ਜਦੋਂ ਮੈਂ ਨਿਊਜ਼ ਦੇਖਿਆ ਮੇਰਾ ਦਿਲ ਪਾੜ ਗਿਆ, ਮੈਂ ਰੋਣ ਲੱਗ ਗਿਆ ਕਿ ਮੇਰੇ ਹਿੰਦੁਸਤਾਨ ਦੇ ਵਿੱਚ ਲੋਕੀ ਕਹਿੰਦੇ ਇੰਡੀਪੈਂਡੈਂਟ ਇੰਡੀਆ ਵਾ। ਇੰਡੀਪੈਂਡੈਂਟ ਨਹੀਂ ਕਹੀ, ਗੁਲਾਮ ਹੀ ਵਧੀਆ ਸੀ, ਅਸੀਂ ਇੰਡੀਪੈਂਡੈਂਟ ਨਹੀਂ ਵਧੀਆ। ਮੈਨੂੰ ਹੁਣ ਵੀ ਦੇਖ ਕੇ ਮੇਰਾ ਮਨ ਖਰਾਬ ਹੋ ਗਿਆ ਗੱਲ ਕਰਕੇ। ਇੰਨਾ ਸ਼ਰੇਆਮ ਕਤਲ ਹੋਏ, ਬਹੁਤ ਮਾੜੀ। ਸ਼ਰਮ ਕਰੋ, ਕੁਛ ਸ਼ਰਮ ਇੱਕ ਚੀਜ਼ ਇਹ ਵੀ ਦੇਖੀ ਜਾਂਦੀ ਆ, ਜਿਸ ਟਾਈਮ ਇਲੈਕਸ਼ਨ ਆਉਂਦੇ ਨੇ ਸਾਰੇ ਮੰਤਰੀ, ਚਾਹੇ MLA ਹੋਵੇ, ਚਾਹੇ ਕੌਂਸਲਰ ਹੋਵੇ, ਚਾਹੇ MP ਹੋਵੇ, ਸਾਰੇ ਤੁਹਾਡੇ ਤੱਕ ਪਹੁੰਚ ਕਰਦੇ ਆ ਮਿਡਲ ਕਲਾਸ ਫੈਮਿਲੀ ਤੱਕ, ਸਿਰਫ ਵੋਟਾਂ ਲੈ ਕੇ ਸਰਕਾਰ ਬਣਾਉਣ ਤੱਕ। ਤੁਹਾਨੂੰ ਨਹੀਂ ਲੱਗਦਾ ਇਸ ਟਾਈਮ ਦੇ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਹਰੇਕ ਬੰਦੇ ਦੀ ਸਹਾਇਤਾ ਕਰਨੀ ਚਾਹੀਦੀ ਸੀ? ਦੇਖੋ ਜੀ, ਬਿਲਕੁਲ ਗਰੀਬ ਹੋਵੇ, ਅਮੀਰ ਹੋਵੇ, ਹਰ ਬੰਦੇ ਦੀ ਸਹਾਇਤਾ ਕਰਨੀ ਚਾਹੀਦੀ ਸੀ। ਕਿਉਂ ਦੇਖੋ, ਜਿਹੜੇ ਪਾਏਦਾਰ ਚੁਣਾਵ ਕਰਕੇ ਇਹਨਾਂ ਨੂੰ ਅਧਿਕਾਰ ਦਿੱਤਾ, ਬਣਾਇਆ, ਇਹਨਾਂ ਨੂੰ ਸੀਟਾਂ ਦਵਾਈਆਂ ਹੈਗੀਆਂ ਵਾ, ਇਹਨਾਂ ਨੂੰ ਵੀ ਉਹ ਜਨਤਾ ਦਾ ਸੋਚਣਾ ਚਾਹੀਦਾ ਸੀ। 5 ਸਾਲ ਜਦੋਂ ਆਉਂਦੇ ਨੇ, ਖਤਮ ਹੁੰਦੇ ਨੇ, ਉਸ ਤੋਂ ਬਾਅਦ ਹੀ ਸ਼ਕਲਾਂ ਦੇਖਣ ਨੂੰ ਮਿਲਦੀਆਂ ਕਿ ਜੇ ਫਲਾਣਾ ਮੰਤਰੀ ਹੈਗਾ ਜੀ, ਫਲਾਣਾ ਹੋਗਾ ਮੰਤਰੀ, ਕੋਈ ਇੰਨਾ ਪੈਸਾ ਨਾ ਕੋਈ। ਜੇ ਕਿਸੇ ਗਰੀਬ ਦੀ ਹੈਲਪ ਕਰ ਵੀ ਦੇਣਗੇ ਨਾ, ਕੋਈ ਘੱਟ ਨਹੀਂ ਲੱਗਾਗਾ। ਤੁਸੀਂ ਮੰਤਰੀ ਛੱਡੋ, ਜਿਹੜਾ ਦੇਸ਼ ਨੂੰ ਚਲਾਉਣ ਵਾਲਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸਾਹਿਬ, ਇਹ ਮੈਨੂੰ ਇੱਕ ਦੱਸ ਦੇਣ ਕਿ ਕੋਈ ਕਿਸੇ ਬੰਦੇ ਦੀ ਕੀ ਮਦਦ ਕੀਤੀ ਹੈ ਤੁਹਾਡੇ ਮੋਦੀ ਸਾਹਿਬ ਦੇ ਰਾਜ ਦੇ ਵਿੱਚ। ਜਦੋਂ ਦੇ ਮੋਦੀ ਸਾਹਿਬ ਆਏ ਨੇ, ਨੋਟਬੰਦੀ, ਫਿਰ ਉਹ ਫਲਾਣੀ ਬੰਦੀ, ਹੁਣ ਲੋਕਬੰਦੀ, ਘਰਬੰਦੀ ਕਰਤੀ, ਲੋਕਾਂ ਦੇ ਰੁਜ਼ਗਾਰ ਮਾਰਤੇ। ਠੀਕ ਹੈ, ਬਿਮਾਰੀ ਆਈ ਹੈ, ਲੋਕੀ ਵੀ ਸਾਰੇ ਆਪਣੇ ਆਪ ਨੂੰ ਆਗੂ ਹੈਗੇ ਨੇ ਕਿ ਉਹਨਾਂ ਨੂੰ ਪਤਾ ਕਿ ਆਪਣੇ ਘਰ-ਬਾਰ ਦਾ ਕਿੱਦਾਂ ਬਚਾਅ ਕਰਦਾ ਹੈਗਾ ਵਾ। ਮੋਦੀ ਸਾਹਿਬ ਤੁਸੀਂ ਜਾਗੋ, ਪਲੀਜ਼ ਹੈਲਪ ਕਰੋ ਲੋਕਾਂ ਦੀ। ਤੁਸੀਂ ਟ੍ਰੇਨਾਂ ਚਲਾ ਸਕਦੇ ਸੀ, ਬੱਸਾਂ ਚਲਾ ਸਕਦੇ ਸੀ। ਕੀ ਤੁਸੀਂ ਜਿੰਨਾ ਬਿਹਾਰ ਹੈਗਾ ਵਾ, ਕੀ ਤੁਸੀਂ ਇੰਨਾ ਦੂਰ ਜਾ ਸਕਦੇ ਤੁਰ ਕੇ? ਇਹ ਤੁਸੀਂ ਇਮੇਜਿਨ ਕਰਕੇ ਦੇਖੋ। ਇੱਕ ਟੈਚੀ ਦੇ ਉੱਤੇ ਤੁਸੀਂ ਦੇਖਿਆ ਖਬਰਾਂ ਦੇ ਵਿੱਚ, ਅੱਜ ਤੱਕ ਚੈਨਲ ਜਾਂ ਹੋਰ ਕਿਸੇ ਨਿਊਜ਼ ਚੈਨਲ ਬੜਾ ਦਿਖਾਇਆ ਕਿ ਉਹਦੇ 'ਚ ਇੱਕ ਟੈਚੀ ਦੇ ਉੱਤੇ ਇੱਕ ਛੋਟੀ ਬੱਚੀ ਨੂੰ ਕਿੱਦਾਂ ਖਿੱਚ ਕੇ ਰੱਸਾ ਪਾ ਕੇ ਲੈ ਕੇ ਜਾ ਰਹੀ। ਸ਼ਰਮ ਕਰੋ। ਉਹਦਾ ਕਹਿੰਦੇ ਹੋ ਕਿ ਹਿੰਦੁਸਤਾਨ ਆਜ਼ਾਦ ਹੈ, ਬੜਾ ਐਡਵਾਂਸ ਹੋ ਗਿਆ। ਕੀ ਐਡਵਾਂਸ ਹੈ ਦੱਸੋ ਜੀ ਤੁਸੀਂ? ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ 2022 ਦੇ ਵਿੱਚ ਇਲੈਕਸ਼ਨ ਹੋਣਗੇ, ਇਹੋ ਜਿਹੀਆਂ ਚੀਜ਼ਾਂ ਜਿਹੜਾ ਕੋਈ ਵੀ MLA ਜਾਂ ਕੋਈ ਆਏਗਾ ਤੁਹਾਡੇ ਕੋਲ, ਉਹਨਾਂ ਕੋਲ ਪੁੱਛੀਆਂ ਜਾਣਗੀਆਂ? ਬਿਲਕੁਲ ਪੁੱਛੀ ਜਾਣਗੀਆਂ ਜੀ, ਬਿਲਕੁਲ ਪੁੱਛੀ ਜਾਣਗੀਆਂ। ਮੈਂ ਤਾਂ ਇਹ ਲੋਕਾਂ ਨੂੰ ਵੀ ਅਪੀਲ ਕਰਦਾ ਵਾ ਕਿ ਜਿਹੜੇ ਤੁਸੀਂ ਸ਼ਰਾਬਾਂ ਦੇ ਚੱਕਰ ਦੇ ਵਿੱਚ ਵੋਟਾਂ ਆਪਣੀਆਂ ਵੇਚ ਦਿੰਦੇ ਹੋ, ਇਹ ਆਪਣਾ ਕੰਮ ਬੰਦ ਕਰੋ, ਆਪਣਾ ਹੱਕ ਲਓ।
ਆਪਣਾ ਹੱਕ ਜਗਾਓ ਤੇ ਦੱਸੋ ਕਿ ਤੁਹਾਡੀ ਵੋਟ ਕਾਸਟ ਦਾ ਜਿਹੜੀ ਵੈਲਿਊ ਉਹ ਕੀ ਹੈਗੀ ਹੈ। ਅਸੀਂ ਇਹ ਚਾਹੁੰਦੇ ਆ ਕਿਸੇ ਵਧੀਆ ਬੰਦੇ ਨੂੰ ਚਾਹੁੰਦੇ, ਇਸ ਕਰਕੇ ਚਾਹੁੰਦੇ ਕਿ ਇਹ ਸਾਡੀ ਬੰਦਾ ਹੈਲਪ ਕਰੇਗਾ। ਪਰ ਜੇ ਸਾਡੀ ਹੈਲਪ ਨਹੀਂ ਹੋਏਗੀ ਜਨਤਾ ਜਨਾਰਦਨ ਨੂੰ ਦੁਬਾਰਾ ਕਦੀ ਦੇਖੇਗੀ ਜਨਾਬ। ਜੀ ਬਿਲਕੁਲ, ਜਿਵੇਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ, ਕਈ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਵੀ ਹਲੇ ਤੱਕ ਮਿਡਲ ਕਲਾਸ ਬੰਦੇ ਨੂੰ ਕੋਈ ਵੀ ਹੈਲਪ ਨਹੀਂ ਕੀਤੀ ਗਈ, ਕਿਉਂਕਿ ਇੱਕ ਦੁਕਾਨਦਾਰ ਜਦੋਂ ਦੁਕਾਨ ਖੋਲ੍ਹ ਕੇ ਆਪਣੇ ਘਰ ਦੀ ਰੋਜੀ ਰੋਟੀ ਚਲਾਉਂਦਾ ਹੈ, ਇੱਕ ਦੁਕਾਨਦਾਰ ਦੇ ਕੋਲ ਜਿਵੇਂ 3-4 ਮੁੰਡੇ ਕੰਮ ਕਰਦੇ ਨੇ, ਇੱਕ ਦਾ ਕਰਕੇ 3-4 ਜਣਿਆਂ ਦਾ ਘਰ ਹੋਰ ਚੱਲਦਾ ਹੈ। ਪਰ ਕਈਆਂ ਦੀਆਂ ਦੁਕਾਨਾਂ ਆਪਣੀਆਂ ਨੇ ਤੇ ਕਈਆਂ ਨੇ ਰੈਂਟ ਤੇ ਲਈਆਂ ਹੋਈਆਂ ਨੇ, ਤੇ ਉਹਨਾਂ ਦੇ ਬਿਜਲੀ ਦੇ ਬਿੱਲ ਵੀ ਆ ਰਹੇ ਆ, ਦੁਕਾਨ ਦੇ ਰੈਂਟ ਵੀ ਉਹਨਾਂ ਨੇ ਦੇਣੇ ਨੇ, ਤੇ ਸਕੂਲ ਦੀਆਂ ਵੀ ਕਾਫੀ ਬੱਚਿਆਂ ਦੀਆਂ ਫੀਸਾਂ ਦੇਣੀਆਂ ਨੇ, ਤੇ ਹੋਰ ਵੀ ਜੋ ਮਿਡਲ ਕਲਾਸ ਦੀ ਡੇਲੀ ਨੀਡਸ ਹੁੰਦੀਆਂ, ਕੋਈ ਸਮਾਨ ਹੁੰਦਾ ਆ ਉਹਦਾ ਵੀ ਖਰਚਾ ਹੈ। ਸਰਕਾਰ ਨੂੰ ਸਿਰਫ ਦੁਕਾਨਦਾਰਾਂ ਦੀ ਇਹੀ ਅਪੀਲ ਹੈਗੀ ਆ ਕਿ ਦੁਕਾਨਾਂ ਦੇ ਬਿਜਲੀ ਦੇ ਬਿੱਲ ਵੀ ਮਾਫ ਕੀਤੇ ਜਾਣ। ਕਈਆਂ ਦੇ ਜਿਨ੍ਹਾਂ ਨੇ ਕਿਰਾਏ ਤੇ ਦੁਕਾਨਾਂ ਲਿੱਤੀਆਂ ਨੇ ਉਹ ਆਪਣੇ ਮਾਲਕਾਂ ਨਾਲ ਵੀ ਗੱਲਬਾਤ ਕਰਨਗੇ, ਪਰ ਜੋ ਸਰਕਾਰ ਨੂੰ ਮਿਡਲ ਕਲਾਸ ਫੈਮਿਲੀ ਦੇ ਲਈ ਦੇਖਣਾ ਚਾਹੀਦਾ, ਕਿਉਂਕਿ ਇਲੈਕਸ਼ਨਾਂ ਦੇ ਟਾਈਮ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਤੱਕ ਤਾਂ ਪਹੁੰਚਦੇ ਨੇ, ਸਾਨੂੰ ਉਦੋਂ ਪਤਾ ਲੱਗ ਜਾਂਦਾ ਇਹ ਮੰਤਰੀ ਹੈ, ਇਹ ਐਮਐਲਏ ਆ। ਪਰ ਆਹ ਮਹਾਮਾਰੀ ਦੇ ਟਾਈਮ ਦੇ ਵਿੱਚ, ਇਸ ਮਹਾਮਾਰੀ ਦੇ ਟਾਈਮ ਦੇ ਵਿੱਚ ਇਹ ਕਿਸੇ ਨੇ ਵੀ ਇਹਨਾਂ ਦੀ ਸਾਰ ਨਹੀਂ ਲਈ। ਸਿਰਫ ਇਸ ਮਾਰਕੀਟ ਦੇ ਵਿੱਚ ਇੱਕ ਹੀ ਕੌਂਸਲਰ ਸ਼ਹਿਰੀ ਚੱਡਾ ਸੀਗਾ, ਜਿਨ੍ਹਾਂ ਨੇ ਸ਼ਹਿਰੀ ਚੱਡਾ ਜੀ ਨੇ ਇੱਥੇ ਲੰਗਰ ਵੀ ਲਾਇਆ ਸੀ, ਤੁਹਾਨੂੰ ਨਾਲ ਦਿਖਾਉਂਦੇ ਰਹੇ। ਉਹਨਾਂ ਨੇ ਮਾਰਕੀਟ ਪੂਰੀ ਸੈਨੀਟਾਈਜ਼ ਕੀਤੀ, ਕਿਉਂਕਿ ਉਹਨਾਂ ਦਾ ਘਰ ਵੀ ਇਸੇ ਮਾਰਕੀਟ ਦੇ ਵਿੱਚ ਹੈ, ਉਹਨਾਂ ਦੀ ਖੁਦ ਦੀ ਦੁਕਾਨ ਵੀ ਹੈ ਇੱਥੇ, ਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਇੱਕ ਇਨਸਾਨੀਅਤ ਤੌਰ ਦੇ ਉੱਤੇ ਰਾਸ਼ਨ ਵੀ ਵੰਡਿਆ। ਪਰ ਮਿਡਲ ਕਲਾਸ ਫੈਮਿਲੀ ਲਈ ਸਰਕਾਰਾਂ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਤੇ ਸੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪੂਰਾ ਬਾਜ਼ਾਰ ਜੋ ਖੁੱਲ੍ਹ ਚੁੱਕਾ ਹੈ, ਵਿੱਚ ਟਾਮੀ ਕੋਈ ਇੱਕ ਅੱਧੀ ਦੁਕਾਨ ਹੀ ਹੋਏਗੀ ਜੋ ਬੰਦ ਹੈ। ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ, ਅੱਜ ਸਵੇਰੇ 7 ਵਜੇ ਤੋਂ ਲੈ ਕੇ ਇਹ 11 ਵਜੇ ਤੱਕ ਮਾਰਕੀਟ ਖੁੱਲ੍ਹੀ ਗਈ। ਉਹਦੇ ਬਾਅਦ ਡੀਸੀ ਸਾਹਿਬ ਨਾਲ ਮਾਰਕੀਟ ਵਾਲੇ ਗੱਲਬਾਤ ਕਰਨਗੇ, ਤੇ ਜੋ ਡੀਸੀ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਜਾਣਗੀਆਂ ਉਹਦੀ ਪੂਰੀ ਪਾਲਣਾ ਕੀਤੀ ਜਾਏਗੀ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।